I'm waiting for more people to join and I'll start talking. Okay, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਾਈਵ ਪੰਜਾਬੀ 'ਚ ਬੋਲੂੰਗੀ ਐਂਡ ਆਮ ਸੌਰੀ ਜੇ ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈਗੀ। ਮੈਂ ਅਮਰੀਕਨ ਬੋਰਨ ਆ ਐਂਡ ਮੈਂ ਪੂਰੀ ਟਰਾਈ ਕਰੂੰਗੀ ਕਿ ਮੈਂ ਪੰਜਾਬੀ 'ਚ ਵਧੀਆ ਬੋਲਾਂ। ਜੇ ਨਹੀਂ ਮੇਰੇ ਤੋਂ ਨਹੀਂ ਵਧੀਆ ਬੋਲਿਆ ਗਿਆ ਦੈਨ ਪਲੀਜ਼ ਮੈਨੂੰ ਮਾਫ ਕਰਿਓ। ਮੈਂ ਟਰਾਈ ਕਰ ਰਹੀ ਹਾਂ। ਤੁਹਾਨੂੰ ਪਤਾ ਹੀ ਸਿਚੁਏਸ਼ਨ ਕੀ ਆ ਐਂਡ ਮੈਂ ਆਪਣੀ ਸਾਈਡ ਦੱਸਣ ਆਈ ਹਾਂ। ਬੇਸਿਕਲੀ ਕੱਲ੍ਹ ਜਿਹੜੀ ਲਾਈਵ ਹੋਈ ਸੀਗੀ ਉਹ 'ਚ ਤਾਂ ਕੋਈ ਦੱਸਿਆ ਨਹੀਂ ਗਿਆ ਫੈਕਟ ਕੀ ਆ। ਮੈਂ ਪਹਿਲਾਂ ਵੀ ਜਦੋਂ ਪੋਸਟ ਪਾਈ ਸੀਗੀ ਮੈਂ ਇਹੀ ਕਿਹਾ ਸੀਗਾ ਕਿ ਇਸ ਵੀਡੀਓ 'ਚ ਸਿਰਫ ਫੈਕਟ ਹੋਣਗੇ ਐਂਡ ਦੈਟਸ ਇਟ। No bullshit, no sympathy, no nothing. I'm not crying. I'm not going to do drama of crying. I'm going to state facts. ਪਹਿਲੀ ਗੱਲ ਇਹ ਬਹੁਤ ਹਿੰਮਤ ਚਾਹੀਦੀ ਹੈ ਲਾਈਵ ਹੋਣਾ ਐਂਡ ਮੈਂ ਕਦੀ ਕੋਈ ਗਲਤ ਰੀਜ਼ਨ ਲਈ ਲਾਈਵ ਨਹੀਂ ਆਈ, ਕੋਈ ਸਫਾਈ ਦੇਣ ਲਾਈਵ ਨਹੀਂ ਆਈ, ਬਟ ਮੈਨੂੰ ਮਜਬੂਰ ਕੀਤਾ ਗਿਆ। I had to come live today because ਜੋ ਗੱਲਾਂ ਕੱਲ੍ਹ ਕਹੀਆਂ ਗਈਆਂ they were not okay and ਜਿਹੜੀਆਂ ਗੱਲਾਂ ਮੈਨੂੰ DM 'ਚ ਮਿਲ ਰਹੀਆਂ ਸੁਣਨ ਨੂੰ I'm not okay with that. Okay, let's start from the beginning. ਸ਼ੁਰੂ ਤੋਂ ਕਰੂੰਗੀ ਮੈਂ ਗੱਲ where everything started. 2017 'ਚ ਮੇਰੇ ਕਜ਼ਨ ਦਾ ਵਿਆਹ ਸੀਗਾ ਇੰਡੀਆ ਰਾਜਸਥਾਨ। ਵਿਆਹ 'ਤੇ ਗਈ ਸੀਗੀ, ਉੱਥੇ ਦਿਲਪ੍ਰੀਤ ਪਰਫੋਰਮ ਕਰ ਰਿਹਾ ਸੀਗਾ। ਅਸੀਂ ਫੋਟੋ ਖਿਚਾਈ ਇੱਕ ਦੂਜੇ ਨਾਲ। Sorry if I stop in between to take a breath because I have really bad anxiety. ਫੋਟੋ ਖਿਚਾਈ। ਜਦੋਂ ਅਮਰੀਕਾ ਵਾਪਸ ਆਈ ਮੈਂ ਉਹਨੂੰ ਭੇਜੀ and ਉਹਨੂੰ ਇਹੀ ਕਿਹਾ like he just started replying to me like you know how singers do. He just replied ਕਿੱਦਾਂ ਕੀ ਹਾਲ ਚਾਲ, ਤੁਹਾਨੂੰ ਸ਼ੋਅ ਵਧੀਆ ਲੱਗਾ, ਤੁਹਾਡੇ ਪਰਿਵਾਰ ਨੂੰ ਸ਼ੋਅ ਵਧੀਆ ਲੱਗਾ, I hope ਕਿ like you know blah blah blah। ਗੱਲ ਸ਼ੁਰੂ ਹੋਈ। ਮੈਨੂੰ ਇਮੋਸ਼ਨਲੀ ਇਨਵੋਲਵ ਕੀਤਾ ਗਿਆ। ਮੈਨੂੰ ਬਹੁਤ ਛੇਤੀ ਉਹਨੇ ਮੈਨੂੰ ਕਹਿਤਾ ਸੀਗਾ ਕਿ ਮੈਂ ਤੈਨੂੰ ਬਹੁਤ ਲਾਈਕ ਕਰਦਾ ਆ ਐਂਡ ਮੈਨੂੰ I love you ਉਹਨੇ ਬਹੁਤ ਛੇਤੀ ਕਹਿ ਦਿੱਤਾ ਸੀਗਾ। ਮੈਂ ਉਦੋਂ 19 years old ਸੀਗੀ, 19 ਸਾਲਾਂ ਦੀ। ਮੈਂ ਇੰਨੀ ਮੈਚੋਰ ਨਹੀਂ ਸੀਗੀ ਐਂਡ ਦਿਲਪ੍ਰੀਤ ਮੇਰਾ ਸਾਰਾ ਫਰਸਟ ਸਭ ਕੁਛ ਸੀਗਾ, ਫਰਸਟ ਐਵਰੀਥਿੰਗ। ਐਨੀਵੇਜ਼ ਉਸ ਤੋਂ ਬਾਅਦ ਕੀ ਹੋਇਆ, ਦਿਲਪ੍ਰੀਤ 2 ਜਾਂ 3 ਮਹੀਨਿਆਂ ਬਾਅਦ ਕੈਲੀਫੋਰਨੀਆ ਆਇਆ। ਮੇਰੀ ਫੈਮਿਲੀ ਨੂੰ ਮਿਲਣਾ ਸੀ ਉਹਨੇ ਆਲਰੇਡੀ ਮੇਰੀ ਮਾਮ ਨਾਲ ਫੋਨ 'ਤੇ ਗੱਲ ਕੀਤੀ ਹੋਈ ਸੀਗੀ। ਉਹਨੇ ਇਹੀ ਕਿਹਾ ਸੀ ਸ਼ੁਰੂ ਤੋਂ ਕਿ ਤੁਹਾਡੀ ਕੁੜੀ ਮੈਨੂੰ ਬਹੁਤ ਪਸੰਦ ਆ, ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਆ ਐਂਡ ਮੇਰੀ ਮਾਮ ਨੇ ਹਮੇਸ਼ਾ ਇਹੀ ਕਿਹਾ ਸੀ ਇਹਦੀ ਪੜ੍ਹਾਈ ਚੱਲਦੀ ਆ, ਇਹਨੇ ਪੜ੍ਹਾਈ ਕਰਕੇ ਤੁਸੀਂ ਜੋ ਮਰਜ਼ੀ ਕਰ ਲਿਓ ਇਹਨੇ, ਪਰ ਯੂ ਨੋ ਲਾਈਕ ਹਲੇ ਵਿਆਹ ਤਾਂ ਯੂ ਨੋ ਹਲੇ ਇਹਦਾ ਬਣਦਾ ਨਹੀਂ। ਐਂਡ ਜਦੋਂ ਆਇਆ ਕਹਿੰਦਾ ਕੋਈ ਨਾ ਮੈਂ ਤੁਹਾਨੂੰ ਆਪ ਹੀ ਮਨਾ ਲੂੰਗਾ। ਆਇਆ ਮੇਰੀ ਪੂਰੀ ਫੈਮਿਲੀ ਨੂੰ ਮਿਲਿਆ। ਮੇਰੇ ਕਜ਼ਨ ਦਾ ਵੀ ਦੂਜਾ ਵਿਆਹ ਸੀਗਾ ਇੱਥੇ, ਇੱਕ ਹੋਰ ਮੇਰੇ ਕਜ਼ਨ ਦਾ, ਉੱਥੇ ਪਰਫੋਰਮ ਕੀਤਾ। ਉੱਥੇ ਮੇਰੀ ਸਾਰੀ ਫੈਮਿਲੀ ਆਈ ਹੋਈ ਸੀ, ਦੂਰ ਦੇ ਰਿਸ਼ਤੇਦਾਰ ਸਭ, ਸਾਰਿਆਂ ਨੂੰ ਮਿਲਿਆ ਐਂਡ he got everybody to like him, like everybody fell in love with him. ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕੱਲ੍ਹ ਦੇ ਲਾਈਵ ਦੇਖ ਕੇ like he's really good at talking, he's really good at like getting people to just have his side. Anyways, he started telling my parents ਕਿ ਮੈਂ ਇਹਨੂੰ ਲੈ ਕੇ ਜਾਣਾ ਇੰਗਲੈਂਡ, ਲੈ ਕੇ ਜਾਣਾ ਮੈਂ ਇਹਨੂੰ ਉੱਥੇ ਲੈ ਕੇ ਜਾਣਾ। ਮੇਰੇ ਪੇਰੈਂਟਸ ਕਹਿੰਦੇ ਕਿ ਤੂੰ ਇਹਦੇ ਨਾਲ ਇੱਦਾਂ ਨਹੀਂ ਘੁੰਮ ਸਕਦਾ, ਤੈਨੂੰ ਰੋਕਾ ਕਰਾਉਣਾ ਪੈਣਾ ਹੈ। ਰੋਕਾ ਕਰਾਇਆ। ਉਸ ਤੋਂ ਬਾਅਦ ਜਦ ਮੈਂ ਇੰਡੀਆ ਜਾਣ ਲੱਗੀ ਸੀਗੀ ਫॉर ਵੈਡਿੰਗ ਸ਼ਾਪਿੰਗ, ਮੈਂ 1 ਮਹੀਨਾ ਪਹਿਲਾਂ ਚਲੀ ਗਈ ਸੀਗੀ। ਮੈਂ ਉਹਦੇ ਉੱਥੇ ਮਾਸੀ ਕੋਲ ਰਹਿੰਦੀ ਸੀ ਜਲੰਧਰ when we were doing wedding shopping and everything. And we were doing wedding shopping one day. ਉਦੋਂ ਮੈਨੂੰ ਯਾਦ ਆ ਮੈਨੂੰ ਕਿਸੇ ਕੁੜੀ ਨੇ FaceTime ਕੀਤਾ ਸੀਗਾ and she showed me that Dilpreet was in the hotel room with her. This was before I left for India. And both panga piya si, my mom got involved. I told my mom about it and she's all like, you know, what is this? She asked him everything and
he used to call her bebe ਪਹਿਲਾਂ he's like bebe ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਅੰਬਰ ਨੂੰ ਬਹੁਤ ਪਿਆਰ ਕਰਦਾ ਆ ਉਹ ਕੁੜੀ ਮੈਨੂੰ ਫਸਾਉਣਾ ਚਾਹੁੰਦੀ ਸੀਗੀ ਹੋਟਲ ਵਾਲੇ ਤੋਂ ਉਹਨੇ ਚਾਬੀ ਲੈ ਲਈ ਸੀ ਅੰਦਰ ਵੜ ਗਈ ਸੀ ਇਹ ਉਹ and again ਮੈਂ ਗੱਲਾਂ ਚ ਆ ਗਈ he's all like Amber like I swear like I ਇਦਾਂ ਦੀ ਕੋਈ ਗੱਲ ਨਹੀਂ ਹੈਗੀ then when I went to India back on topic when I went to India shopping ਲਈ I found out I forgot how I found out but I found out that it was true and Oman bhi gaya siga he said yeah Amber like this and that we got in a big ass fight udo mainu pehli baar Dilpreet ne kuttya cuz I was leaving and he hit me I was filled up with bruises my arms filled up with bruises neck I had black eye it's hard to talk about this and I hope you guys are taking this seriously I see a lot of laughy faces in the comments it's not easy to talk about these kind of things anyways ਉਸ ਤੋਂ ਬਾਅਦ I was leaving ਮੈਂ ਮਾਸੀ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਕਿਹਾ ਮਾਸੀ ਜੀ ਪਲੀਜ਼ ਮੈਨੂੰ ਇੱਥੋਂ ਲੈ ਜਾਓ ਮੈਂ ਰਹਿਣਾ ਨਹੀਂ ਹੈਗਾ and he got on his knees and he said Amber please like ਮੈਂ ਵਿਆਹ ਤੋਂ ਬਾਅਦ ਕੁਛ ਨਹੀਂ ਕਰੂੰਗਾ ਸੌਂ ਲੱਗੇ ਤੇਰੀ like ਮੈਂ ਪਲੀਜ਼ ਮੈਂ ਬਦਲ ਚੁੱਕਿਆ ਆ ਤੂੰ ਮੇਰੀ ਲਾਈਫ ਚ ਆਈ ਆ ਮੇਰਾ ਕੋਈ ਕੇਅਰ ਕਰਨ ਵਾਲਾ ਹੈ ਨਹੀਂਗਾ ਤੇਰੇ ਤੋਂ ਬਿਨਾ please like just don't leave me Amber ਤੂੰ ਮੇਰਾ ਸਭ ਕੁਛ ਆ please and ਮੈਂ ਫਿਰ ਮੰਨ ਗਈ I said it's okay you know what like I'm giving you a chance everybody deserves a chance ਮੈਂ ਸਾਰੀ ਫੈਮਿਲੀ ਨਾਲ ਲੜੀ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਫਿਰ ਵਿਆਹ ਨੇੜੇ ਆਇਆ ਇੱਕ ਦਿਨ ਮੈਨੂੰ ਉਹ ਭਾਬੀ ਕੋ ਛੱਡ ਗਿਆ ਸੀਗਾ ਦਿਲਪ੍ਰੀਤ ਦੀ ਭਾਬੀ ਕੋਲੇ ਆਪਾਂ ਜ਼ਰਾਵਰ ਨੂੰ ਛੱਡਣ ਗਏ ਸੀ ਸਕੂਲ ਰਸਤੇ 'ਚ ਗੱਲਾਂ ਕਰਦੇ ਸੀਗੇ ਐਂਡ ਪੁੱਛਦੀ ਸੀ ਭਾਬੀ ਤੈਨੂੰ ਸਭ ਕੁਝ ਪਤਾ ਦਿਲਪ੍ਰੀਤ ਬਾਰੇ ਮੈਂ ਕਿਹਾ ਪਤਾ ਦੀ like I know everything about him and she said are you sure ਪੱਕਾ ਪਤਾ ਤੈਨੂੰ ਸਭ ਕੁਝ and obviously she was trying to tell me something ਕੁਝ ਦੱਸਣ ਦੀ ਟਰਾਈ ਕਰ ਰਹੀ ਸੀ ਦੀ and ਮੈਂ ਕਿਹਾ ਪਲੀਜ਼ ਮੈਨੂੰ ਦੱਸੋ ਹਨਾ ਕੀ ਗੱਲ ਆ like ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਆ ਦੀ ਕਹਿੰਦੀ ਤੈਨੂੰ ਲਾਈਕ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿਉਂਕਿ ਇੱਦਾਂ ਕਰਕੇ ਉਹਦੀ ਐਕਸ ਵੀ ਸੀਗੀ this is another ex by the way she was talking about this ex was from Canada he was in a 3-year relationship with her this story is on Core Movement the 3-year Calgary girl this is her she was telling me about that and I knew about that he told me that he had one ex before that ex and then that was her second one I'm sorry if this is confusing there's a lot of girls then ਕਹਿੰਦੀ ਇਹਦਾ ਵਿਆਹ ਹੋਇਆ ਸੀਗਾ I did not know that ਮੈਨੂੰ ਇਦਾਂ ਪਤਾ ਸੀਗਾ ਕਿ how do I turn off the comments bro hey how do I turn them off sorry I can't like focus because I'm seeing all these anyways ਕਹਿੰਦੀ ਸੀਗੀ ਇਹਦਾ ਵਿਆਹ ਹੋਇਆ ਮੈਂ ਕਿਹਾ ਦੀ ਉਹਨੇ ਤਾਂ ਮੈਨੂੰ ਇਦਾਂ ਕਿਹਾ ਸੀਗਾ ਕਿ ਉਹਦੀ ਮੰਗਣੀ ਹੋਈ ਆ ਦਿਲਪ੍ਰੀਤ ਨੇ ਮੈਨੂੰ ਇਦਾਂ ਦੱਸਿਆ ਸੀ ਉਹਦੀ ਮੰਗਣੀ ਹੋਈ ਆ ਐਂਡ ਉਹਦੀ ਮੰਗਣੀ ਟੁੱਟ ਗਈ ਸੀਗੀ so obviously I was hurt ਉਦੋਂ ਵੀ ਮੈਂ ਸੋਚਿਆ ਕਿ shit ਯਾਰ like ਆ ਕੀ you know and ਉਹ ਆਇਆ ਵਾਪਸ ਘਰੇ ਕਹਿੰਦਾ ਕਿ ਜੇ ਮੈਂ ਤੈਨੂੰ ਦੱਸ ਦਿੰਦਾ ਮੇਰਾ ਵਿਆਹ ਹੋਇਆ ਸੀ ਤੂੰ ਮੈਨੂੰ ਹਾਂ ਕਹਿ ਦਿੰਦੀ ਮੈਂ ਕਿਹਾ no I wouldn't have ਮੈਂ ਕਿਹਾ I don't want to marry someone who's been married before like I'm only 19 years old I don't need that right I don't know what you did bro hey come fix this where'd you go sorry guys give me 1 second I'm having issues right now I don't know why I can't there we go all right there we go anyways ਮੈਨੂੰ ਪਤਾ ਲੱਗਾ ਉਹਦਾ ਵਿਆਹ ਹੋਇਆ ਉਦੋਂ ਵੀ ਸਾਡੀ ਬਹੁਤ ਵੱਡੀ ਲੜਾਈ ਹੋਈ and then he did the same drama again saying ਤੂੰ ਮੇਰੇ ਨਾਲ ਵਿਆਹ ਕਰਾ ਲੈਂਦੀ if you knew and this and that and I felt bad for him again he threw his mom card at me again saying I don't have a mom like I am the way I am because I don't have a mom I need someone in my life who's like I need stability like you're that stability you're that good person that I need anyways ਵਿਆਹ ਦੀ ਗੱਲ ਜਦੋਂ ਆਉਂਦੀ ਆ ਮੇਰੀ ਮਾਂ ਬਾਰੇ ਇੰਨਾ ਕੁਝ ਬੋਲ ਰਿਹਾ ਦਿਲਪ੍ਰੀਤ ਮੇਰੀ ਮਾਂ ਨੇ ਇੰਨਾ ਜ਼ਿਆਦਾ ਸਟੈਂਡ ਲਿਆ ਦਿਲਪ੍ਰੀਤ ਪਿੱਛੇ and first of all he's saying
ਮਾਂ ਬਰਬਾਦ ਕਰਨਾ ਮੰਗਦੀ ਰਿਲੇਸ਼ਨਸ਼ਿਪ ਨੂੰ? ਆਰ ਯੂ ਕਿਡਿੰਗ ਮੀ? ਜੇ ਮੇਰੀ ਫੈਮਿਲੀ ਬਰਬਾਦ ਕਰਨਾ ਮੰਗਦੀ ਹੁੰਦੀ ਨਾ ਰਿਲੇਸ਼ਨਸ਼ਿਪ ਨੂੰ, ਉਹ ਇੰਨਾ ਪੈਸਾ ਨਾ ਖਰਚਦੇ ਵਿਆਹ ਤੇ। We split the wedding, even reception, everything. We split it in half. It was ਅੱਧ ਸਾਰਾ ਰਿਸੈਪਸ਼ਨ ਦਾ ਖਰਚਾ, ਸਾਰਾ ਵਿਆਹ ਦਾ ਖਰਚਾ ਅੱਧ ਸੀਗਾ। ਨਹੀਂ ਤਾਂ ਮੁੰਡਾ ਇੱਥੇ ਆਣ ਕੇ ਵਿਆਹੁੰਦਾ, ਯੂ نو, ਜਿੱਦਾਂ ਰਿਵਾਜ ਹੈਗਾ ਆ। ਇੱਥੋਂ ਟਿਕਟਾਂ ਲਾ ਕੇ ਗਈ ਮੇਰੀ ਸਾਰੀ ਫੈਮਿਲੀ। Sorry, I'm just trying to make sure I'm staying on track because this stuff gets me riled up. Anyways, we got married. ਵਿਆਹ ਹੋ ਗਿਆ, ਠੀਕ ਆ। 2 ਮਹੀਨੇ 3 ਮਹੀਨੇ ਬਹੁਤ ਵਧੀਆ ਰਹੇ ਆਪਾਂ, ਬਹੁਤ ਵਧੀਆ, like everything was fine, perfect. Then slowly Dilpreet ਬਹੁਤ ਜ਼ਿਆਦਾ ਪੀਣ ਲੱਗ ਗਏ ਸੀਗੇ. He was drinking before too, but not as bad. Like it wasn't as bad that I had ever seen him. ਪੀਣ ਲੱਗ ਗਏ ਸੀ, ਪੀ ਕੇ ਘਰੇ ਆਉਂਦੇ ਸੀ ਬਹੁਤ ਜ਼ਿਆਦਾ drunk ਹੋ ਕੇ, and ਇੱਥੇ ਵੀ ਬਹੁਤ ਵਾਰ like drunk ਹੋ ਕੇ ਆਉਣਾ, like ਹਮੇਸ਼ਾ friends ਨਾਲ ਰਹਿਣਾ, ਕਦੀ time ਨਹੀਂ ਦੇਣਾ ਮੈਨੂੰ, ਕਦੀ ਵੀ like there was barely any time just me and him were together. It was always 5-7 ਜਾਣੇ ਹੋਰ ਹੁੰਦੇ ਸੀ ਹਮੇਸ਼ਾ, ਜਿੱਥੇ ਵੀ ਜਾਓ। like even ਵਿਆਹ ਤੋਂ ਬਾਅਦ ਅਸੀਂ ਗੁਰਦੁਆਰੇ ਮੱਥਾ ਟੇਕਣ ਗਏ, he had to take his friends with him. like what? Anyways, that's besides the point. ਜਦੋਂ drunk ਹੋ ਕੇ ਘਰੇ ਆਉਂਦਾ ਸੀ, I would wait all day, ਘਰੇ ਮੈਂ ਬੈਠੀ ਵੇਟ ਕਰਦੀ ਰਹਿੰਦੀ ਸੀਗੀ। drunk ਹੋ ਕੇ ਆਉਂਦਾ ਸੀਗਾ, ਲਿਟਰਲੀ ਮੈਂ ਉਹਦਾ ਬਾਂਹ ਮੋਢੇ ਤੇ ਰੱਖ ਕੇ ਉਹਨੂੰ ਫੜ ਕੇ ਉੱਤੇ ਨੂੰ ਲੈ ਕੇ ਜਾਂਦੀ ਹੁੰਦੀ ਸੀ। ਬੂਟ ਮੈਂ ਲਾਉਂਦੀ ਹੁੰਦੀ ਸੀ, ਜਰਾਬਾਂ ਮੈਂ ਲਾਉਂਦੀ ਹੁੰਦੀ ਸੀ, ਸਵੈਟਸ਼ਰਟ ਮੈਂ ਲਾਉਂਦੀ ਹੁੰਦੀ ਸੀਗੀ। like ਯਾਰ, anyways, I'm not gonna get mad because it is what it is. I'm just gonna state the facts. I cut off all my friends, by the way, when I got married, and I know you guys know that. My friends who are hitting me up now and are there for me, and I commend you all because ਮੈਂ ਤੁਹਾਡੇ ਨਾਲ ਸਾਰਾ ਰਿਸ਼ਤਾ ਤੋੜ ਦਿੱਤਾ ਸੀਗਾ ਸਾਰਿਆਂ ਨਾਲ। like ਇੱਥੋਂ like even family ਨਾਲ, like he made me cut off everybody. like I was so blind. ਮੈਂ ਅੰਨੀ ਹੋ ਗਈ ਸੀ ਪਿਆਰ 'ਚ। like 19 ਸਾਲਾਂ ਦੀ ਸੀਗੀ। like ਉਹਨੇ ਮੈਨੂੰ ਇੰਨਾ ਜ਼ਿਆਦਾ manipulate ਕੀਤਾ, ਇੰਨਾ ਜ਼ਿਆਦਾ ਮੈਨੂੰ ਇੱਦਾਂ ਦਿਖਾਇਆ ਕਿ ਅੰਬਰ like you're my everything, you know. anyways, ਇੱਥੇ ਵੀ ਕਈ ਵਾਰ ਬਹੁਤ ਵੱਡੀ ਲੜਾਈ ਹੋਈ, ਇੱਥੇ ਵੀ ਹੱਥ ਚੁੱਕਿਆ ਗਿਆ ਮੇਰੇ ਤੇ, and I'll show you proof. I have proof. I didn't want to. I'll show you some. Not gonna show everything. Already ਜਿਹੜਾ ਮੈਂ ਦਿਖਾਇਆ ਹੋਇਆ, ਤੁਸੀਂ ਉਹਨੂੰ ਮਜ਼ਾਕ ਬਣਾ ਲਿਆ ਆ। ਤੁਸੀਂ ਮੈਨੂੰ ਮੈਸੇਜ ਕਰਕੇ ਕਹਿ ਰਹੇ ਹੋ ਉਹਦੀ ਲਾਈਵ ਫੀਡ ਦੇਖ ਕੇ, he cried to you guys or tried to cry, and ਤੁਸੀਂ ਮੈਨੂੰ ਮੈਸੇਜ ਕਰਕੇ ਕਹਿ ਰਹੇ ਹੋ you are cheap, you are fake, that abuse was fake. you know how much courage, ਕਿੰਨੀ ਹਿੰਮਤ ਲੱਗਦੀ ਕਿਸੇ ਬੰਦੇ ਦੀ ਮੋਰੇ ਆਉਣਾ, ਦੱਸਣਾ ਕਿ ਮੇਰੇ ਨਾਲ ਇੱਦਾਂ ਹੋਇਆ। ਹਮੇਸ਼ਾ ਉਹਦੀ ਇੱਜ਼ਤ ਰੱਖੀ, ਹਮੇਸ਼ਾ ਸਾਰਿਆਂ ਨੇ ਇਹ ਕਿਹਾ ਸੀਗਾ ਕਿ ਇਹ ਬਹੁਤ ਬੈਡ ਗਾਇ ਆ, like ਤੂੰ ਪਲੀਜ਼ ਨਾ ਇਹਦੇ ਚੱਕਰ 'ਚ ਫਸ। ਉਹ ਕੋਰ ਮੂਵਮੈਂਟ ਵਾਲੀ ਜਿਹੜੀ ਆ, ਉਹਨੇ ਮੈਨੂੰ ਇਹ ਸਾਰੀਆਂ ਗੱਲਾਂ ਪਹਿਲਾਂ ਦੱਸੀਆਂ ਸੀਗੀਆਂ ਮੈਨੂੰ, ਮੈਂ ਹੀ ਉਹਨੂੰ ਚੁੱਪ ਕਰਾਇਆ ਸੀਗਾ। I hope some of you guys, ਤੁਹਾਨੂੰ ਯਾਦ ਹੋਣਾ ਲਾਸਟ ਈਅਰ ਮੈਂ ਬੋਲੀ ਸੀ ਸਨੈਪਚੈਟ ਤੇ, ਇੰਨੀ ਲੰਬੀ ਸਨੈਪਚੈਟ ਮੈਂ ਪਾਈ ਸੀਗੀ ਕਿ ਉਹ ਮੇਰਾ ਹਸਬੈਂਡ ਆ, how dare you guys say anything about him. ਸਟੈਂਡ ਮੈਂ ਲਿਆ ਸੀਗਾ, ਇੱਜ਼ਤ ਮੈਂ ਕਰਵਾਈ ਲੋਕਾਂ ਤੋਂ, ਫੈਮਿਲੀ ਤੋਂ ਮੈਂ ਕਰਵਾਈ ਇੱਜ਼ਤ। he didn't deserve it. ਮੈਂ ਕਰਵਾਈ ਸੀਗੀ ਲੋਕਾਂ ਤੋਂ। I demanded respect because he was my husband. anyways, fuck all that. Sorry, my language. Here's a few pictures. This is nothing, but that's my arm. That's a handprint on my arm. My shirt was pulled. I was trying to get out of the car with his phone because I was trying to look at his phone. He literally grabbed me by the shirt, pulled it hella hard. Like he kept it there. I was trying to get out of the car with his phone. He pulled my... Doesn't matter. You guys saying he doesn't get drunk, he lies about drinking. ਕੀ ਕਰੂਗਾ? ਦਿਨ ਰਾਤ ਬੁਰੀ ਦਿਖਾਊਗਾ। ਕੀ? ਦਿਨ ਰਾਤ ਤੋਂ ਬੁਲਾਉਣਾ ਬੜਾ। ਕੀ? ਮੈਂ ਕਿਹਾ ਮੈਂ ਤੋਂ ਬੁਲਾਉਣਾ ਬੜਾ, ਤੈਨੂੰ ਉਰੀ ਦਿਖਾਊਗਾ ਰੱਬ। ਇਹ ਬਦਸੀਸ ਦੇ ਰਹੇ ਹੋ? ਰੱਬ ਨੂੰ ਬੁਲਾ। ਮੈਂ ਕਿਹਾ ਨਾ। Don't ਮੈਂ ਕੈਂਸਲ ਕਰ ਦੂੰਗਾ ਅਮਰੀਕਾ ਵਾਲੇ। ਕੀ ਅਮਰੀਕਾ ਵਾਲੇ? ਯਾਰ ਆ ਸ਼ੋਅ ਬੰਦ ਕਰ ਦੇ ਯਾਰ। That's nothing.
That is nothing. There's almost every Snapchat memory I have is him drunk and me taking care of him. I was 19, 20 years old. That's what my life was. Every day. Every day, that's what my life was. Anyways, ਹੁਣ ਜੋ ਹੋਇਆ ਸੀਗਾ, ਮੈਂ ਹੁਣ ਦੀ ਗੱਲ ਕਰਦੀ ਹਾਂ। December 'ਚ ਮੈਂ ਗਈ ਸੀ ਮੇਰੀ Christmas break ਲਈ। 10-12 ਦਿਨਾਂ ਦੀ ਮੇਰੀ break ਸੀਗੀ Christmas ਦੀ। I'm in a nursing program. Hard as fuck. 1 year long program ਆ। Fast paced ਆ। Exams ਮੇਰੇ 2-3 every week ਹੁੰਦੇ ਆ। Every week, no matter what. ਹੁਣ ਵੀ ਅੱਜ ਵੀ ਮੈਂ exam ਦੇ ਕੇ ਹਟੀ, which I'm pretty sure I failed. Don't worry, I am gonna become a nurse. I am gonna throw that in your face. When I went there, first I went to Dubai. We stayed in Dubai for like 2-3 days. We fought there. It wasn't physical over there. Then we went to India. India jo hoya, one night we were drinking and I got really emotional. People who know me, if I drink, I get emotional. I got emotional and I started saying how I feel. I said, mind you, I went there after 5 months, no physical relationship. Sada koi physical relationship nahi siga at all. He did not even like. I told him like, what's the matter, right? Like, why aren't you like giving me attention? Like, is something wrong? Like, making me feel hella insecure about myself. Calling me. No physical relationship whatsoever. I called him gay. I'm like, you're fucking gay. Why aren't you like showing me attention? Then what he does, we're sitting in the car. He's driving on this side, literally grabs my neck, pushes me into the dashboard. That's where I hit my nose. Those pictures you saw, that's where my nose got fucked up. ਇਹ ਗੱਡੀ 'ਚ ਹੋਇਆ ਸੀਗਾ ਜੋ ਮੈਂ ਦੱਸ ਰਹੀ ਹਾਂ ਗੱਲ। ਮੈਂ ਉਹਨੂੰ ਗੇ ਬੋਲੀ ਸੀਗੀ ਕਿਉਂਕਿ ਸਾਡਾ ਕੋਈ ਫਿਜ਼ੀਕਲ ਰਿਲੇਸ਼ਨਸ਼ਿਪ ਨਹੀਂ ਸੀਗਾ ਐਂਡ ਉਹਨੇ ਤਾਂ ਮਾਰਿਆ ਸੀ ਮੈਨੂੰ। 5 ਮਿੰਟ ਦੂਰ ਸੀ ਪਿੰਡ ਤੋਂ। ਅਸੀਂ ਗੇ ਰਸਤੇ 'ਚ ਜਾਂਦੇ ਰਹੇ। ਆਬਵੀਅਸਲੀ ਮੈਂ ਰੋ ਰਹੀ ਸੀਗੀ, ਦਰਦ ਹੋ ਰਿਹਾ ਸੀ ਮੇਰੇ। ਐਂਡ ਜਦੋਂ ਪਿੰਡ ਪਹੁੰਚੇ, ਉੱਤੇ ਨੂੰ ਜਾਣ ਲੱਗੇ, ਮੈਂ ਥੱਲੇ ਪਾਪਾ ਦਾ ਕਮਰਾ ਸੀਗਾ। ਮੈਂ ਪਾਪਾ ਦੇ ਕਮਰਾ ਖੜਕਾਇਆ। ਮੈਂ ਕਿਹਾ ਪਲੀਜ਼ ਬਾਹਰ ਆਇਓ, ਹੈ ਨਾ, ਮੈਂ ਬਹੁਤ ਕੁਛ ਹੋਈ ਜਾ ਰਿਹਾ। ਐਂਡ I called him and let me say the whole thing actually. I said you're gay like your dad. I said that. Yeah, I involved his dad. Utte nu aaye and I'm sorry for that. I shouldn't have said that, but I said it. And utte nu aaye, मैं अंदर ਨੂੰ ਜਾ ਰਹੀ ਸੀ ਰੂਮ 'ਚ ਐਂਡ ਦਿਲਪ੍ਰੀਤ ਕਹਿ ਰਿਹਾ, ਪਾਪਾ ਪੁੱਛਣ ਲੱਗ ਕੀ ਹੋਇਆ। ਦਿਲਪ੍ਰੀਤ ਕਹਿ ਰਿਹਾ ਕਿ ਉਹ ਅੰਬਰ ਨੇ ਇਦਾਂ ਕਿਹਾ ਤੁਹਾਡੇ ਬਾਰੇ। ਐਂਡ ਹੀ started saying ਤੁਸੀਂ ਮੇਰਾ ਖੂਨ ਆ, ਤੁਸੀਂ ਮੇਰਾ ਖੂਨ ਆ ਤੁਸੀਂ। And he started hitting me more. I went towards the room, grabbed me by my hair, pulled me down on the ground, started punching me in the head. Then he has the audacity, ਮੇਰੀ ਮਾਂ ਨੂੰ ਉਦੋਂ ਫੋਨ ਕੀਤਾ ਉਹਨੇ। ਮਮ ਨੂੰ ਫੋਨ ਕਰਕੇ ਕਹਿੰਦਾ ਕਿ ਮੈਂ ਅੱਜ ਅੰਬਰ ਦੇ ਹੱਥ ਚੁੱਕਿਆ ਜੀ। And obviously my mom's freaking out. And मैं पिछों रोला पाउन लगी कि मम वीडियो कॉल करो, हुनी वीडियो कॉल करो। And she video called. उधर मैं फोन खोया दिलप्रीत तो and I showed myself. That's when she took those screenshots. ਜਿਹੜੇ ਤੁਸੀਂ ਕਹਿ ਰਹੇ ਆ you're cheap, you're faking it. You don't make shit up like this. You don't. I don't know, people are trying to call me and disturb my live, but whoever's calling me, grow a pair of balls. I swear to God. Let me speak. You let your boy speak, let me speak. Hit the fuck out of me. Then what happened? He took my phone, hid my phone for 24 hours. My parents were trying to contact me. Mind you, that night, my parents, my brother were losing their mind, calling his family. Family no phone kari ge mere maa baap. Ohne mera phone loko liya si, by the way. And सारे ने आपका फोन ब्लॉक कर लिया। हुन क्यों नहीं इन्वॉल्व किया ਉਹਦੀ फैमिली ਨੂੰ? क्योंकि no one cared. ਉਦੋਂ ਕਿਸੇ ਨੇ केयर नहीं ਕੀਤੀ ਕਿ ਮੇਰੇ ਨਾਲ ਇੰਨਾ ਕੁਝ ਹੋਇਆ। ਸਾਰਿਆਂ ਨੇ ਫੋਨ ਆਪਦਾ ਬਲੌਕ ਤੇ ਲਾਤਾ ਸੀਗਾ। They turned off their phones. Anyways, ਉਸ ਤੋਂ ਬਾਅਦ ਮੇਰੀ ਮਮ ਨੇ ਮੇਰੀ ਮਾਸੀ ਨੂੰ ਫੋਨ ਕੀਤਾ। ਮੇਰੀ ਮਾਸੀ ਜਲੰਧਰ ਰਹਿੰਦੀ ਹੈ ਉੱਥੇ। She's an angel.
She took care of me like a mother because my mother wasn't there. ਮੇਰੀ ਮਾਸੀ ਨੂੰ ਕਿਹਾ ਕਿ ਉੱਥੋਂ ਅੰਬਰ ਨੂੰ ਲੈ ਜਾ ਮੈਂ ਮੇਰਾ ਸਾਰਾ ਸਮਾਨ ਪੈਕ ਕੀਤਾ ਉੱਥੇ ਜੋ ਵੀ ਕੁਝ ਸੀਗਾ ਮੈਂ ਪੈਕ ਕੀਤਾ and I was looking for my phone all day and I looked in the drawer and it was hiding under the little book thing in the drawer. He had told my mom ਪਤਾ ਨਹੀਂ ਕਿੱਥੇ ਸਿੱਟਿਆ ਫੋਨ ਇੱਦਾਂ ਗਿਆ ਸੀ ਮੇਰੀ ਮਾਮ ਨੂੰ ਕਿ ਪਤਾ ਨਹੀਂ ਇਹਨੇ ਕਿੱਥੇ ਸਿੱਟਿਆ ਫੋਨ ਇਹਦਾ ਆਪਦਾ ਮਾਸੀ ਆਈ ਐਂਡ ਉਦੋਂ ਦਿਲਪ੍ਰੀਤ ਨੂੰ ਪਤਾ ਸੀ ਮਾਸੀ ਨੇ ਆਉਣਾ ਆ ਸਟੂਡੀਓ ਦਾ ਬਹਾਨਾ ਲਾ ਕੇ ਚਲੇ ਗਿਆ ਕਿ ਗੱਲ ਨਾ ਕਰਨੀ ਪਵੇ ਚਲ ਗਿਆ ਉੱਥੋਂ ਮੈਂ ਮਾਸੀ ਨਾਲ ਚਲ ਗਈ ਮੇਰੀ ਮਾਮ ਨੇ ਮੇਰੇ ਤਰਲੇ ਕਰ ਲਏ ਕਿ ਅੰਬਰ ਪਲੀਜ਼ ਮੇਰਾ ਮਾਨ ਰੱਖ ਲਈ ਮਾਸੀ ਨਾਲ ਚਲੇ ਜਾਈ ਹੁਣ ਕਿਉਂਕਿ ਮਾਮ ਨੂੰ ਪਤਾ ਆ ਕਿ ਮੈਂ ਕਿੰਨੀ ਵਾਰੀ ਦਿਲਪ੍ਰੀਤ ਨੂੰ ਚਾਂਸ ਦਿੱਤਾ ਔਰ ਕਿੰਨੀ ਵਾਰੀ ਉਹਨੇ ਕਿੰਨਾ ਕੁਝ ਕੀਤਾ ਮੈਂ ਨਾ ਹਮੇਸ਼ਾ ਉਹਨੇ ਮੈਨੂੰ ਕਿਸੇ ਤਰ੍ਹਾਂ ਮਨਾ ਲਿਆ and I always took him back no matter what because I loved him so much. Mind you, I was blind. ਮਾਸੀ ਲਾਗੀ ਜਲੰਧਰ ਦੂਜੇ ਦਿਨ ਦਿਲਪ੍ਰੀਤ ਆ ਗਿਆ ਕਹਿੰਦਾ ਮੈਂ ਅੰਬਰ ਨੂੰ ਛੱਡ ਕੇ ਆਉਂਗਾ 에ਅਰਪੋਰਟ ਮੇਰੀ ਫਲਾਈਟ ਸੀਗੀ ਦੂਜੇ ਦਿਨ ਠੀਕ ਆ ਮੈਂ ਬਹਿ ਗਈ obviously ਉਹਨੇ ਮਨਾ ਲਿਆ ਫਿਰ ਮਨਾ ਲਿਆ ਮੈਨੂੰ even after all that physical abuse ਮਨਾ ਲਿਆ ਮੈਨੂੰ and ਜਿਹੜੀ ਉਹਦੀ ਡੈਡ ਵਾਲੀ ਗੱਲ ਆ ਨਾ ਦਿਲਪ੍ਰੀਤ ਜੇ ਤੁਸੀਂ ਚਾਹੁੰਦੇ ਆ ਨਾ ਮੈਂ ਮੂੰਹ ਖੋਲਾਂ ਮੈਨੂੰ ਦੱਸ ਦਿਓ ਮੈਂ ਪਾਪਾ ਬਾਰੇ ਵੀ ਤੇ ਤੁਹਾਡੇ ਬ੍ਰਦਰ ਬਾਰੇ ਵੀ ਮੈਂ ਗੱਲ ਕਰ ਸਕਦੀ ਆ ਬਾਕੀ ਮੈਂ ਕਰਨਾ ਨਹੀਂ ਚਾਹੁੰਦੀ ਕਿਉਂਕਿ I'm not as low as you. I can't stoop that low. You involved my brother and my mom. They had your back through everything. ਮੇਰੇ brother ਨੇ ਜਦੋਂ ਵੀ ਦਿਲਪ੍ਰੀਤ ਨੇ ਇੱਥੇ ਆਉਣਾ like ਹਮੇਸ਼ਾ ਦਿਲਪ੍ਰੀਤ ਨੇ drunk ਹੋਣਾ friends ਦੇ ਵਿੱਚ ਮੇਰੇ brother ਨੇ ਹਮੇਸ਼ਾ ਉਹਦੇ friends ਤੋਂ like ਕੋਈ ਵੀ videos drunk ਦਿਲਪ੍ਰੀਤ ਦੀ ਬਣਾਈਆਂ ਹਮੇਸ਼ਾ delete ਕਰਵਾਉਣੀਆਂ ਕਿ no bro don't fucking record him that's my jija. ਉਹ ਵੀ proof ਹੈਗਾ ਹਰਮਨ ਕੋ ਪਿਆ but he's not that low. He's not gonna show it. My brother's a gem. Yeah, I fight. Swear to God, whoever keeps calling me, seriously, fuck you. Let me speak. Anyways, Masi, he picked me up from my Masi's house, took me to the airport. Although I have video too. He made so many commitments to me, saying कि अंबर आज 6 महीने हों तू पढ़ना या ਤੇ ਮੈਂ ਤੇਰੇ ਨਾਲ ਕਮਿਟਮੈਂਟ ਕਰਦਾ ਮੈਂ ਦਾਰੂ ਨਹੀਂ ਪੀਣੀ ਮੈਂ ਸਿਰਫ ਵੀਕਐਂਡ 'ਤੇ ਪੀਆ ਕਰੂੰਗਾ ਮੈਂ ਘਰੇ ਟਾਈਮ ਸਿਰ ਜਾਇਆ ਕਰੂੰਗਾ ਐਂਡ ਮੈਂ ਦਿਲਪ੍ਰੀਤ ਨੂੰ ਕਿਹਾ ਸੀਗਾ ਡੋਂਟ ਗਿਵ ਮੀ ਐਨੀ ਰੀਜ਼ਨ ਟੂ ਡਾਊਟ ਯੂ ਆਮ ਲਾਈਕ ਆਮ ਗੋਇੰ ਟੂ ਬੀ ਅਵੇ ਫॉर ਯੂ ਫਰਮ ਅ ਵਾਈਲ ਕਿ ਮੈਨੂੰ ਡਾਊਟ ਕਰਨ ਦਾ ਕੋਈ ਰੀਜ਼ਨ ਨਾ ਦਿਓ ਪਲੀਜ਼ ਕਿਉਂਕਿ ਆਲਰੇਡੀ ਆਪਾਂ ਦੂਰ ਹੋਣਾ ਆ ਤੇ ਮੈਨੂੰ ਆਲਰੇਡੀ ਆਈ ਹੈਵ ਟਰਸਟ ਇਸ਼ੂਜ਼ ਫਰਮ ਦ ਪਾਸਟ he made all those commitments ਮੇਰੇ ਕੋਲ ਵੀਡੀਓ ਪਈ ਆ ਉਹ ਮੈਂ ਵੀਡੀਓ ਤੇ ਲਈ ਸੀ ਦਿਲਪ੍ਰੀਤ ਨੂੰ ਕਿਉਂਕਿ I always recorded him like that's just I record everybody like all the time. ਉਸ ਤੋਂ ਬਾਅਦ ਮੈਂ ਵਾਪਸ ਆਈ ਜਦੋਂ ਮੈਂ ਵਾਪਸ ਆਈ ਬਹੁਤ ਜ਼ਿਆਦਾ ਘਟਾਤਾ ਸੀ ਦਿਲਪ੍ਰੀਤ ਨਾਲ ਗੱਲ ਕਰਨਾ ਮੇਰੇ ਨਾਲ like ਮੈਨੂੰ ਉਦੋਂ ਹੀ ਥੋੜਾ ਸ਼ੱਕ ਹੋਣ ਲੱਗ ਗਿਆ ਹੈ ਨਾ like what the hell's going on. ਹਮੇਸ਼ਾ ਜਦੋਂ ਫੋਨ ਕਰਨਾ ਕਹਿ ਦੇਣਾ ਮੈਂ ਜਿਮ ਚੱਲਾਂ ਮੈਂ ਇਹ ਕਰ ਲਵਾਂਗਾ ਮੈਂ ਉਹ ਕਰ ਲਵਾਂਗਾ ਮੈਂ ਖਾਣ ਲੱਗਾ ਸੌਣ ਲੱਗਾ ਇਹਨਾਂ ਨੂੰ ਪਤਾ ਸੀ ਮੇਰਾ ਸਕੇਡਿਊਲ ਕਿੰਨਾ ਬਿਜ਼ੀ ਆ ਮੈਂ 5 ਵਜੇ ਸਵੇਰ ਨੂੰ ਉੱਠਦੀ ਹਾਂ ਕਲਾਸ ਲਾਉਣ 5 ਵਜੇ ਸਵੇਰ ਨੂੰ ਉੱਠਦੀ ਹਾਂ ਐਂਡ ਮੈਂ ਰਾਤ ਨੂੰ ਪਤਾ ਨਹੀਂ 1-1:30 ਵਜੇ ਸੌਂਦੀ ਹੁੰਦੀ ਸੀ ਲਾਈਕ ਉਹਦੀ ਵੇਟ ਕਰਦੀ ਕਿ ਮੈਨੂੰ ਫੋਨ ਕਰੂਗਾ ਹੁਣ ਕਰੂਗਾ ਮੇਰੀ ਮਾਮ ਨੂੰ ਪਤਾ ਮੈਂ ਕਿੰਨਾ ਲਾਈਕ ਕਿੰਨੀ ਦੁਖੀ ਰਹੀ ਹਾਂ ਲਾਈਕ ਕਿੰਨਾ ਮੈਂ ਰੋਈ ਹਾਂ ਉਹਦੇ ਪਿੱਛੇ ਉਹਦੀ ਵੇਟ ਕਰਦੀ ਰਹਿੰਦੀ ਸੀ ਸਾਰਾ ਦਿਨ ਕਿ ਮੇਰੇ ਨਾਲ ਗੱਲ ਕਰੂਗਾ I don't want to get emotional. I'm not here to be emotional. But it's not right what he did. He started being distant from me and I'm not gonna cry. ਇੱਕ ਗੱਲ ਦੱਸਦੀ ਆ ਮੈਂ ਨਾ ਸੁਪਨਾ ਮੂਵੀ ਦੇਖਣੀ ਸੀਗੀ ਮੇਰਾ ਬਹੁਤ ਜੀ ਕਰਦਾ ਸੀਗਾ ਮੈਨੂੰ ਕਿਹਾ ਸੀਗਾ ਮੈਂ ਕਿਹਾ ਜ਼ੂਮ ਡਾਊਨਲੋਡ ਕਰ ਲਾ ਅਸੀਂ ਮੂਵੀ ਦੇਖਦੇ ਆ 2 ਹਫ਼ਤੇ ਮੈਂ ਮਿੰਤਾਂ ਕਰਦੀ ਰਹੀ ਮੇਰੇ ਨਾਲ ਮੂਵੀ ਦੇਖ fuck I don't want to cry. Anyways ਬਾਅਦ 'ਚ ਮੈਨੂੰ ਪਤਾ ਲੱਗਾ ਚੀਟਿੰਗ ਦਾ ਮੈਂ ਦਿਲਪ੍ਰੀਤ ਨੂੰ ਕਿਹਾ ਸੀਗਾ ਕਿ ਤੂੰ ਜੋ ਮਰਜ਼ੀ ਕਰ ਲਾ ਮੈਨੂੰ ਮਾਰ ਕੁੱਟ ਲਾ ਜੋ ਮਰਜ਼ੀ ਕਰ ਲਾ ਪਰ ਮੇਰੇ ਤੇ ਚੀਟ ਨਾ ਕਰੀ fuck. I'm not gonna cry. I said ਮੈਂ ਤੇ ਚੀਟ ਨਾ ਕਰੀ like ਉਹੀ ਇੱਕ ਮੈਨੂੰ ਬਹੁਤ ਦੁੱਖ ਲੱਗਣਾ ਮੈਨੂੰ ਜੇ ਤੂੰ ਚੀਟ ਕੀਤਾ ਮੇਰੇ ਤੇ ਐਂਡ ਜਦੋਂ ਮੈਨੂੰ ਪਤਾ ਲੱਗਾ ਮੈਂ ਇੰਨਾ ਜ਼ਿਆਦਾ ਟੁੱਟ ਗਈ ਲਾਈਕ ਇੰਨਾ ਜ਼ਿਆਦਾ ਟੁੱਟ ਗਈ ਕਦੀ ਜ਼ਿੰਦਗੀ 'ਚ ਮੈਂ ਇੰਨਾ ਟੁੱਟੀ ਨਹੀਂ ਹੋਣੀ ਮੇਰੇ ਮਾਂ ਬਾਪ ਨੂੰ ਪਤਾ ਲਾਈਕ I had a
anxiety attack in my room, like inna jada, like mom and dad had to hold me down for 10 minutes straight. 10 minutes straight. बाकी मैं इत्थे रोन ਲਈ नहीं आई, मैं ड्रामा करन ਲਈ नहीं आई. जिन्हें मेरी गल मननी आ मनो, नहीं मननी ना मनो. मैं सोशल मीडिया तो अप्रूवल नहीं लेना आई, पर मेरे ना बहुत ज्यादा कुछ होया. And I'm done dealing with it. It's over. Dilpreet, you can't win me back. You're not gonna change. तू नहीं बदल सकदा. मेरी माँ ने जो तेरी माँ बारे क्या like नहीं सी कहना चाहिदा, but ਉਹਨੂੰ ਇੰਨਾ ਦੁਖੀ ਕੀਤਾ. ਉਹਨੇ ਮੈਨੂੰ ਦੇਖਿਆ ਕਿ ਮੈਂ ਕਿੰਨੀ ਦੁਖੀ ਰਹੀ ਹਾਂ ਡਿਊਡ. ਜਦੋਂ ਤੇਰੀ ਵੇਟ ਕਰਦੀ ਹੁੰਦੀ ਸੀਗੀ, ਮੇਰੀ ਮਾਂ ਉੱਥੇ ਸੀਗੀ. My mom was there to take care of me and be there for me. My mom was everything to me, dude. She literally helped me through everything. ਜਿਹੜਾ ਮੇਰੀ ਮਾਂ ਬਾਰੇ ਇੰਨਾ ਬੁਰਾ ਬੋਲ ਰਿਹਾ ਨਾ, ਜਦੋਂ ਮੇਰਾ ਜੀ ਕਰਨਾ ਨਾ ਕਿ mom I can't do this anymore, ਮੈਨੂੰ ਲੱਗਦਾ ਨਹੀਂ ਦਿਲਪ੍ਰੀਤ ਮੈਨੂੰ ਪਿਆਰ ਕਰਦਾ, ਮੇਰੀ mom ਨੇ ਕਹਿਣਾ ਨਹੀਂ ਪੁੱਤ, ਲਾਈਕ ਉਹ ਬਿਜ਼ੀ ਆ, ਉਹਦਾ ਸਕੇਜੂਲ ਇੰਨਾ ਬਿਜ਼ੀ ਆ, ਉਹ ਸਾਰੀ ਦੁਨੀਆ ਨੂੰ ਉਹਨੂੰ ਹੱਸ ਕੇ ਰਹਿਣਾ ਪੈਂਦਾ ਸਾਰਿਆਂ ਸਾਹਮਣੇ. ਤੂੰ ਪਲੀਜ਼ ਲਾਈਕ ਉਹਨੂੰ ਏਦਾਂ ਨਾ ਕਰ ਵੀ ਕੋਈ ਨਾ ਤੇਰਾ ਰਿਸ਼ਤਾ ਬਜਾ ਲਾ. फिर माम ने हार के इदा भी कहना कि तेरा मन आ तो तू देख ला, तू नहीं खुश तो देख ला. होर की कहंदी डूड. He cheated on me with the auntie, 45-year-old auntie. What the fuck? What did I not give you? Where did I not stand with you? I fought with everybody. मेरे ਵਿਆਹ ਵੇਲੇ ਮੇਰੀ ਸਾਰੀ ਫੈਮਿਲੀ ਨੇ ਮੇਰੀ ਕਚਹਿਰੀ ਲਾਈ ਸੀਗੀ ਕਿ ਉਹਦੇ ਵਿਆਹ ਬਾਰੇ ਨਹੀਂ ਤੈਨੂੰ ਦੱਸਿਆ, ਉਹ ਚੀਟ ਕਰਦਾ ਆ. ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਕਿਉਂਕਿ ਉਹਨਾਂ ਨੇ ਪਤਾ ਕਰਾਇਆ ਸੀਗਾ ਜੀ. ਜਿਹੜਾ ਕਹਿ ਰਹੇ ਨਾ ਮੇਰੇ ਪਿੰਡ ਜਾ ਕੇ ਪਤਾ ਕਰਾਓ, ਸਾਰਾ ਕੁਝ ਪਤਾ ਕਰਾਇਆ ਸੀ. I fought for you. I fought with everybody. I fought with my friends. Everybody was telling me, oh ਏਦਾਂ ਦਾ ਓਦਾਂ ਦਾ. You put your hands on me. I still forgave you. I didn't deserve this. Did it get ya? Like, be together? Like, no. What? Fuck that. I don't deserve that shit. And ਜਿਹੜੀਆਂ ਚੁੱਪ ਬੈਠੀਆਂ ਨਾ because of me, like ਮੇਰੇ ਕਰਕੇ ਚੁੱਪ ਬੈਠੇ ਸੀ ਦਿਲਪ੍ਰੀਤ ਸਾਰੇ, ਮੈਂ ਚੁੱਪ ਕਰਾਈਆਂ ਸੀ ਵੀ ਕੋਈ ਨਾ. Like, I love him. Everybody deserves a second chance. ਮੇਰੇ ਵਿਆਹ ਵੇਲੇ ਮੈਂ ਦਰਬਾਰ ਸਾਹਿਬ ਗਈ ਸੀਗੀ, ਉੱਥੇ ਮੈਂ ਅਰਦਾਸ ਕੀਤੀ. ਮੈਂ ਕਿਹਾ ਪਲੀਜ਼ ਬਾਬਾ ਜੀ, like ਮੈਨੂੰ ਕੁਛ ਦੱਸੋ, like please ਕੋਈ ਸਾਈਨ ਦਵੋ, like am I supposed to be here with him? Oh fuck. What the fuck am I crying, dude? Anyways, I just want to say I'm ending it. ਖਤਮ ਆ ਸਭ ਕੁਛ. ਮੈਂ ਵਾਪਸ ਨਹੀਂ ਜਾ ਰਹੀ ਦਿਲਪ੍ਰੀਤ, ਮੇਰੀ ਵੇਟ ਨਾ ਕਰੀ ਕਿਉਂਕਿ ਮੈਂ ਬਹੁਤ ਕੁਛ ਸਹਿ ਲਿਆ. ਮੈਂ ਇਹੀ ਕਿਹਾ ਸੀਗਾ ਇੱਕ ਵਾਰ, ਕੁੱਟ ਵੀ ਸਹਿ ਲੂੰਗੀ, ਮਾਰ ਕੁੱਟ ਗਾਲਾਂ ਵੀ ਸਹਿ ਲੂੰਗੀ, ਮੇਰੀ ਫੈਮਿਲੀ ਨੂੰ ਹੇਟ ਕਰ, ਲਾਈਕ ਮੈਂ ਠੀਕ ਕਰ ਲੂੰਗੀ ਸਭ ਕੁਛ. I told you, don't cheat on me. Just don't cheat on me. That's it, dude. I don't want to fucking cry on here.